ਸਿਆਣਿਆਂ ਦਾ ਕਿਹਾ ਤੇ ਔਲਿਆਂ ਦਾ ਖਾਦਾ ਕਹਿੰਦੇ ਬਾਅਦ ਚ ਪਤਾ ਲੱਗਦਾ। ਕਹਾਵਤ ਇਹ ਜਿੰਨੀ ਸਧਾਰਨ ਸੀ ਉਨਾ ਹੀ ਆਪਾਂ ਇਸ ਨੂੰ ਔਖਾ ਸਮਝਿਆ। ਹੈਰਾਨੀ ਦੀ ਗੱਲ, ਪਰ ਅਕਸਰ ਇਦਾਂ ਹੀ ਤਾਂ ਹੁੰਦਾ। ਆਪਾਂ ਦੇਖਿਆ ਬਹੁਤੀਆਂ ਗੱਲਾਂ ਜਿਨ੍ਹਾਂ ਨੂੰ ਹੁਣ ਨਜ਼ਰਅੰਦਾਜ਼ ਪਏ ਕਰਦੇ, ਉਹਨਾਂ ਦੀ ਸਮਝ ਥੋੜੀ ਦੇਰ ਨਾਲ ਹੀ ਆਉਂਦੀ। ਉੱਤੋਂ ਮਜ਼ਾਕ ਇਹ ਕਿ ਜਿੰਨੇ ਨੂੰ ਸਮਝ ਆਉਂਦੀ ਉਹਨੇ ਨੂੰ ਤਾਂ ਉਹ ਗੱਲ ਹੀ ਖਤਮ ਹੋ ਜਾਂਦੀ। ਪਰ ਅਕਸਰ ਤਰਕ ਇੱਕ ਖੜੀ ਹੁੰਦੀ ਕਿ ਸਮਾਜ ਤਾਂ ਸਾਨੂੰ ਸਮਝਦਾ ਹੀ ਨਿਆਣਾ। ਨੇੜੇ ਤੇੜੇ ਜਿਸ ਨੂੰ ਮਰਜ਼ੀ ਦੇਖ ਲਓ, ਸਲਾਹ ਦੇਣ ਨੂੰ ਇੱਥੇ ਜਾਣਾ ਖਾਣਾ ਹੀ ਸਿਆਣਾ। ਦੇਖੋ, ਮੈਂ ਐਵੇਂ ਨਹੀਂ ਕਹਿ ਰਿਹਾ ਕਿ ਸਭ ਦੀ ਸੁਣੋ, ਪਰ ਜੇ ਕੋਈ ਸਲਾਹ ਦੇ ਰਿਹਾ ਤਾਂ ਉਸ ਸਲਾਹ ਵਿੱਚ ਆਪਣੇ ਵਿਚਾਰਾਂ ਦਾ ਮਿਸ਼ਰਣ ਕਰਕੇ ਘੱਟੋ ਘੱਟ ਆਪਣੇ ਮਨ ਦੀ ਤਾਂ ਜ਼ਰੂਰ ਸੁਣੋ। ਹੋ ਸਕਦਾ ਹੈ ਸ਼ਾਇਦ ਤੁਹਾਨੂੰ ਤੁਹਾਡੇ ਕੰਮ ਦਾ ਕੁਝ ਲੱਭ ਜਾਵੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਸਿੰਘ ਸਾਇੰਸ ਕਨਸੈਪਟ ਕਲਾਸਿਸ 2.0 ਕਲਾਸ 12th ਅਕਾਊਂਟੈਂਸੀ ਚੈਪਟਰ ਨੰਬਰ 3 ਗੁੱਡਵਿਲ ਵਾਲਾ ਕੰਟੀਨਿਊ ਕਰ ਰਹੇ ਹਾਂ। ਇਸ ਤੋਂ ਪਹਿਲਾਂ 4 ਵੀਡੀਓਜ਼ ਆਈ ਥਿੰਕ ਇਸ ਚੈਪਟਰ ਦੀਆਂ ਪੈ ਚੁੱਕੀਆਂ ਨੇ, ਜਿਹਦੇ ਵਿੱਚ ਆਪਾਂ ਗੁੱਡਵਿਲ ਦਾ ਐਵਰੇਜ ਪ੍ਰੋਫਿਟ ਮੈਥਡ, ਵੇਟਡ ਐਵਰੇਜ ਪ੍ਰੋਫਿਟ ਮੈਥਡ, ਸੁਪਰ ਪ੍ਰੋਫਿਟ ਮੈਥਡ ਸਿੱਖ ਲਏ। ਅੱਜ ਗੱਲ ਕਰਾਂਗੇ ਕੈਪੀਟਲਾਈਜੇਸ਼ਨ ਮੈਥਡ ਦੀ। ਸਭ ਤੋਂ ਇੰਪੋਰਟੈਂਟ ਹੈ ਕਿਉਂਕਿ ਕੁਐਸਚਨ ਜ਼ਿਆਦਾਤਰ ਇਹ ਮੈਥਡ ਵਿੱਚੋਂ ਆਉਂਦੇ ਨੇ। ਇਹ ਮੈਥਡ 'ਚ ਹੈ ਕੀ? ਪਹਿਲੀ ਗੱਲ ਤਾਂ ਇਹ ਦੇਖੋ ਵੀ ਦੋ ਨੇ ਇਹਦੇ ਵਿੱਚ ਹੀ, ਕੈਪੀਟਲਾਈਜੇਸ਼ਨ ਆਫ ਐਵਰੇਜ ਪ੍ਰੋਫਿਟ ਤੇ ਕੈਪੀਟਲਾਈਜੇਸ਼ਨ ਆਫ ਸੁਪਰ ਪ੍ਰੋਫਿਟ। ਠੀਕ ਹੈ, ਕੰਮ ਕਾਫੀ ਹੱਦ ਤੱਕ ਸੌਖਾ ਹੀ ਹੈ। ਤਰੀਕਾ ਕੀ? ਦੋਨੋਂ ਚੀਜ਼ਾਂ ਕਰਾਂਗੇ ਅੱਜ। ਮੈਂ ਪੂਰੀ ਕੋਸ਼ਿਸ਼ ਕਰਾਂ ਕਿ ਦੋਨੋਂ ਹੀ ਮੈਥਡ ਕਰਵਾ ਦੇਵਾਂ। ਸਭ ਤੋਂ ਪਹਿਲਾਂ ਤਾਂ ਆ ਦੇਖੀਏ, ਕੈਪੀਟਲਾਈਜੇਸ਼ਨ ਆਫ ਐਵਰੇਜ ਪ੍ਰੋਫਿਟ। ਇਹਦੇ ਵਿੱਚ ਕੀ ਚੀਜ਼ ਹੈ ਜੀ? ਪਹਿਲਾਂ ਮੀਨਿੰਗ ਸਮਝ ਲਓ, ਫਿਰ ਗੱਲ ਤੁਹਾਨੂੰ ਓਕੇ ਹੈ, ਗੱਲ ਤੁਹਾਨੂੰ ਆਪਣੇ ਆਪ ਬਾਅਦ 'ਚ ਕਲੀਅਰ ਹੋ ਜਾਊਗੀ। ਹਾਂਜੀ, ਸਭ ਤੋਂ ਪਹਿਲਾ ਮੈਥਡ ਹੈ ਕੈਪੀਟਲਾਈਜੇਸ਼ਨ ਆਫ ਐਵਰੇਜ ਪ੍ਰੋਫਿਟ। ਕੋਸ਼ਿਸ਼ ਕਰਦੇ ਹਾਂ ਕਿ ਸ਼ਾਇਦ ਅੱਜ ਦੋਨੇ ਮੈਥਡ ਇਸ ਵੀਡੀਓ 'ਚ ਹੋ ਜਾਣ। ਅਗਰ ਨਾ ਹੋ ਸਕੇ ਤਾਂ ਤੁਹਾਨੂੰ ਨੈਕਸਟ ਵੀਡੀਓ 'ਚ ਮਿਲ ਜਾਣਗੇ। ਐਵਰੇਜ ਪ੍ਰੋਫਿਟ ਨੂੰ ਕੈਪੀਟਲਾਈਜ਼ ਕਰਨਾ ਹੈ ਜੀ। ਪਹਿਲਾਂ ਇਸ ਨੂੰ ਟੈਕਨੀਕ ਨੂੰ ਸਮਝ ਲਓ, ਫਿਰ ਬਹੁਤ ਜ਼ਿਆਦਾ ਐਕਸਪਲੇਨ ਕਰਕੇ ਵੀ ਦੱਸ ਦੇਣਾ ਵੀ ਇਹ ਹੈ ਕੀ ਚੀਜ਼। ਸਭ ਤੋਂ ਪਹਿਲਾਂ ਤਾਂ ਐਵਰੇਜ ਪ੍ਰੋਫਿਟ ਉਹਨੂੰ ਕੱਢਣਾ ਪਏਗਾ, ਕਿਉਂਕਿ ਕੈਪੀਟਲਾਈਜ਼ ਹੀ ਉਹਨੂੰ ਕਰਨਾ, ਤਾਂ ਪਹਿਲਾਂ ਐਵਰੇਜ ਪ੍ਰੋਫਿਟ ਫਾਈਂਡ ਆਊਟ ਕਰੋਗੇ। ਤੇ ਐਵਰੇਜ ਪ੍ਰੋਫਿਟ ਕੱਢਣ ਦਾ ਤਰੀਕਾ ਉਹੀ ਹੈ ਜੋ ਪਿੱਛੇ ਆਪਾਂ ਵੀਡੀਓਜ਼ 'ਚ ਸਿੱਖਿਆ। ਪਹਿਲਾਂ ਐਡਜਸਟਮੈਂਟ ਵਗੈਰਾ ਅਗਰ ਲੋੜ ਪੈਂਦੀ ਹੈ ਉਹ ਕਰੋ, ਨੋਰਮਲ ਪ੍ਰੋਫਿਟ ਕੱਢ ਲਓ, ਉਸ ਤੋਂ ਬਾਅਦ ਫਿਰ ਐਵਰੇਜ ਪ੍ਰੋਫਿਟ ਕੱਢੋ। ਠੀਕ ਹੈ ਜੀ। ਐਵਰੇਜ ਪ੍ਰੋਫਿਟ ਤੱਕ ਤਾਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਜਿੰਨੇ ਵੀ ਸਾਲਾਂ ਦੇ ਪ੍ਰੋਫਿਟ ਨੇ ਪਲੱਸ ਕਰ ਦਿੰਦੇ ਹਾਂ, ਡਿਵਾਈਡ ਬਾਏ ਜਿੰਨੇ ਵੀ ਉਹ ਸਾਲ ਨੇ, 4 ਸਾਲ 5 ਸਾਲ ਜਿੰਨੇ ਵੀ ਨੇ। ਪਹਿਲਾ ਕੰਮ ਤਾਂ ਐਵਰੇਜ ਪ੍ਰੋਫਿਟ ਕੱਢ ਲਓ। ਦੂਜਾ ਉਹਦੀ ਕੈਪੀਟਲਾਈਜ਼ਡ ਵੈਲਿਊ ਕੱਢਣਾ। ਕੈਪੀਟਲਾਈਜ਼ਡ ਵੈਲਿਊ ਕੱਢਣ ਵਾਸਤੇ ਇੱਕ ਸਿੰਪਲ ਜਿਹਾ ਮੈਥਡ ਹੁੰਦਾ, ਮਲਟੀਪਲਾਈਡ ਬਾਏ 100/NRR। ਇਹ ਬਣਿਆ ਕਿਵੇਂ ਹੈ ਮੈਂ ਇਹ ਵੀ ਤੁਹਾਨੂੰ ਐਕਸਪਲੇਨ ਬਾਅਦ 'ਚ ਕਰ ਦੇਣਾ। ਫਿਲਹਾਲ ਹੀ ਬਸ ਇੰਨਾ ਸਮਝ ਲਓ, ਐਵਰੇਜ ਪ੍ਰੋਫਿਟ ਮਲਟੀਪਲਾਈਡ ਬਾਏ 100, ਜਿਹੜਾ ਰੇਟ ਹੁੰਦਾ ਨੋਰਮਲ ਰੇਟ ਆਫ ਰਿਟਰਨ, ਉਹ ਨੀਚੇ ਲਿਖਿਆ ਮੈंने। ਕਿਉਂ? ਕੈਪੀਟਲਾਈਜ਼ਡ ਵੈਲਿਊ ਪਤਾ ਕਰਨੀ ਹੈ। ਇਹ ਮੰਨ ਕੇ ਚੱਲੋ ਕਿ ਕੈਪੀਟਲ ਪਤਾ ਕਰ ਰਹੇ ਹਾਂ ਆਪਾਂ। ਅੱਗੇ ਹੈ ਕਿ ਡਿਫਰੈਂਸ ਕੱਢੋ, ਜਿਹੜਾ ਕੈਪੀਟਲਾਈਜ਼ਡ ਵੈਲਿਊ ਸੀਗੀ ਐਵਰੇਜ ਪ੍ਰੋਫਿਟ ਦੀ ਤੇ ਜਿਹੜੀ ਐਕਚੁਅਲ ਕੈਪੀਟਲ ਆਪਾਂ ਲਗਾ ਰੱਖੀ ਹੈ, ਤੇ ਜਿਹੜਾ ਡਿਫਰੈਂਸ ਕੱਢ ਲਓਗੇ ਤੁਹਾਨੂੰ ਗੁੱਡਵਿਲ ਮਿਲ ਜਾਏਗੀ। ਹੁਣ ਆਰਾਮ ਨਾਲ ਇਸ ਨੂੰ ਆਪਾਂ ਇੱਕ ਪ੍ਰੈਕਟੀਕਲ ਵੇ ਨਾਲ ਸਮਝਦੇ ਹਾਂ। ਦੇਖੋ, ਧਿਆਨ ਨਾਲ ਦੇਖਿਓ। ਮੰਨ ਕੇ ਚੱਲੋ ਸਭ ਤੋਂ ਪਹਿਲਾ ਸਟੈਪ ਹੈ ਐਵਰੇਜ ਪ੍ਰੋਫਿਟ ਕੱਢਣ ਦਾ। ਮੰਨ ਕੇ ਚੱਲੋ ਵੀ ਆਪਣੇ ਕੋਲ ਪ੍ਰੋਫਿਟ ਹੈਗੇ ਨੇ ਆਹ ਨੇ 20,000। ਠੀਕ ਹੈ, ਇੱਕ ਆਪਾਂ 30,000 ਲਗਾ ਲੈਂਦੇ ਹਾਂ, ਇੱਕ ਆਪਾਂ 40,000 ਲਗਾ ਲੈਂਦੇ ਹਾਂ। ਇਹ ਮੇਰੇ 3 ਸਾਲਾਂ ਦੇ ਐਵਰੇਜ ਪ੍ਰੋਫਿਟ, ਮਤਲਬ 3 ਸਾਲਾਂ ਦੇ ਪ੍ਰੋਫਿਟਸ ਆ। ਇਹਦੀ ਆਪਾਂ ਐਵਰੇਜ ਕੱਢੀਏ, ਐਵੇਂ ਕੱਢਦੇ ਹੁੰਦੇ ਆ, 1 2 3 ਡਿਵਾਈਡ ਬਾਈ 3। ਇਹ ਆ ਗਿਆ ਜੀ 90,000, ਡਿਵਾਈਡ ਕਰੋਗੇ 3 ਨਾਲ 30,000 ਆ ਗਿਆ। ਐਵਰੇਜ ਪ੍ਰੋਫਿਟ ਆ ਗਿਆ 30,000 रुपए। ठीक है, इन्नी गल ओके। उस तो बाद ਆਪਾਂ ਕੀ ਕਰਾਂਗੇ, ਜਿਹੜਾ ਸਟੈਪ 2 ਸੀਗਾ, ਕੈਪੀਟਲਾਈਜ਼ਡ ਵੈਲਿਊ ਐਵਰੇਜ ਪ੍ਰੋਫਿਟ ਦੀ
ਨੋਰਮਲ ਰੇਟ ਆਫ ਰਿਟਰਨ ਦੇ ਹਿਸਾਬ ਨਾਲ ਮੰਨ ਕੇ ਚੱਲੋ ਨੋਰਮਲ ਰੇਟ ਆਫ ਰਿਟਰਨ 10% ਗਿਵਨ ਹੈ ਕੁਐਸਚਨ ਦੇ ਵਿੱਚ। ਇਹਦੀ ਕੈਪੀਟਲਾਈਜ਼ਡ ਵੈਲਿਊ ਕਿਵੇਂ ਕੱਢਾਂਗੇ? ਹੁਣ ਨੀਚੇ ਲਿਖਾਂਗੇ ਕੈਪੀਟਲਾਈਜ਼ਡ ਵੈਲਿਊ ਆਫ ਐਵਰੇਜ ਪ੍ਰੋਫਿਟ 30,000 ਇਨਟੂ ਫਾਰਮੂਲਾ ਕੀ ਆਪਾਂ ਦੱਸਿਆ ਸੀਗਾ 100 ਅਪੋਨ NRR ਇੰਟੂ 100 ਅਪੋਨ ਕਿੰਨੇ ਪਰਸੈਂਟ ਹੈ 10%। ਇਹ ਆ ਗਿਆ 3 ਲੱਖ ਰੁਪਏ। ਹੁਣ ਇੱਕ ਗੱਲ ਨੂੰ ਪਿਆਰ ਨਾਲ ਸਮਝਿਓ ਪਲੀਜ਼, ਮੈਂ कैसे ना थोड़ी एक्सप्लेनेशन दूंगा, एक्सप्लेनेशन सुन लो क्योंकि वो समझनी ज़्यादा जरूरी हो जाती है। रट्टे तो मार लोगे फार्मूले दे, वो तो नॉर्मल जी गल है। ਇਹਦਾ मतलब की है जो ਕੱਢ रहे हो 3 ਲੱਖ रुपया कैपिटलाइज्ड वैल्यू है 30,000 की। ਇਹਦਾ मतलब सीधी सिंपल लैंग्वेज समझो, अगर मार्केट च बंदा 3 ਲੱਖ रुपया लगा रहा है 10% के हिसाब नाल उन्होंने 30,000 रुपये का प्रॉफिट मिलूगा, उन्होंने 30,000 की रिटर्न मिलूगी। आम बिजनेसमैन अगर 3 ਲੱਖ लगा रहा है 10% के हिसाब नाल मार्केट रिटर्न दे रही है, अगले को 30,000 रुपया मिल जूगा। गल क्लीयर? हुण एक नवी गल आती है एक्चुअल आपां किन्नी लगाई सी कैपिटल इंप्लॉयड, मान के चलो आपां ने लगाई सीगी सिर्फ 2 ਲੱਖ रुपया। हुण तुसीं आप देखो इत्थे किड्डी हुशियारी अपनी है। अपनी किहड़ी हुशियारी है? आपां ने 2 ਲੱਖ रुपए च 2 ਲੱਖ रुपया कैपिटल लगा के 30,000 कमा लिया, पर आम बिजनेसमैन 3 ਲੱਖ रुपया लगा के 30,000 कमांदा। इत्थे जिहड़ा दोहां दा डिफरेंस है आम बंदे वालों लगाई जाने वाली कैपिटल ते अपने वालों आपां घट कैपिटल लगा के भी वध इन्नी कमाई कर ली है। वो क्यों कीती है? ਉਹਦੇ ਪਿੱਛੇ ਕਾਰਨ ਜਿਹੜਾ ਲੱਖ ਰੁਪਏ ਦਾ ਫਰਕ ਹੈ ਉਹ ਹੈਗਾ ਜੀ ਗੁੱਡਵਿਲ ਦਾ। ਠੀਕ ਹੈ ਜੀ, ਉਹ ਗੁੱਡਵਿਲ ਕਰਕੇ ਬਸ ਆਨਸਰ ਆ ਗਿਆ ਆਪਣੇ ਕੋਲ। ਇਹ ਬਹੁਤ ਜ਼ਿਆਦਾ ਆਸਾਨ ਨੇ ਕੁਐਸਚਨ, ਤੁਹਾਨੂੰ ਇੱਕ ਅੱਧਾ ਕੁਐਸਚਨ ਵੀ ਕਰਕੇ ਦਿਖਾਣਾ ਹੋਰ ਮੈਂ ਪੂਰੀ ਡਿਟੇਲ ਦੇ ਵਿੱਚ। ਗੱਲ ਸਮਝਣ ਵਾਲੀ ਕਿ ਤਾਂ ਇਹ ਵੀ ਦੇਖਿਓ ਨੰਬਰਸ ਆਫ ਈਅਰਸ ਪਰਚੇਜ਼ ਦੀ ਜ਼ਰੂਰਤ ਨਹੀਂ ਪਈ ਇੱਥੇ, ਆਪਾਂ ਬਿਨਾਂ ਉਹਦੇ ਕੁਐਸਚਨ ਕੱਢਿਆ ਦੇਖੋ। ਠੀਕ ਹੈ ਨਾ, इतने बड़ा सिंपल जहा मैथड है कि कमाई अपनी किन्नी है उन्होंने कैपिटलाइज्ड किया। ठीक है, फिर उस वैल्यू को कंपेयर करो कि आप किन्नी कैपिटल लाई है, देखो कितना फर्क है, लाख रुपए का फर्क है। तो ये वैल्यू हमेशा ज़्यादा ही होनी चाहिए है, तो ही गुडविल का पता लगेगा। ठीक है जी, ये भी ध्यान रखियो। अगर ये वैल्यू घट आती है मतलब अपने को वध पैसे लगा के भी आप कमाई नहीं कर सके उन्नी, तो इट मीनस गल गलत हो जाएगी। इक्वेशन करते हैं बहुत चंगी तरह क्लीयर हो जाएगी गल्लां सारी दी सारी। पार्टनर्स ने ए ते बी कैपिटल है 9 ਲੱਖ ते 6 ਲੱਖ दी, प्रॉफिट 4.5 ਲੱਖ दे, NRR 20% है, नाल उत्थे लिखिया पिया सीगा कि फाइंड गुडविल बाय कैपिटलाइजेशन ऑफ एवरेज प्रॉफिट मैथड। लो जी किवें कड्ढीए, सौखा काम है, बहुत ज़्यादा आसान। सब तो पहला एवरेज प्रॉफिट चक्को, दिते पे ने, कढ़न की भी लोड़ नहीं, हुण तां दिते पे ने 4.5 ਲੱਖ ते आपां कड्डांगे जी कैपिटलाइज्ड वैल्यू। कैपिटलाइज्ड वैल्यू देखो, कैपिटलाइज्ड वैल्यू का सिंपल जहा मतलब यही होंदा है कि इन्नी कमाई करने वास्ते पिछे कैपिटल कितनी होनी चाहिए है। इन्नी कमाई करने वास्ते कैपिटल कितनी होनी चाहिए है, तो तुसी आप देखो NRR 20% है, इत्थे आपां लिखांगे 100/20। एक मिनट इस थोड़ी डिटेल समझावां, क्योंकि आ जिहड़ा उल्टा लिखने वाली गल है ना, नॉर्मली क्या होंदा है 20% होंदा। 20% मतलब आप इन्हूं लिखते होंगे असल च 20/100, पर इत्थे उल्टा क्यों लिखे माड़ा डिटेल समझ लो, क्योंकि इसने अगे आने वाले 4-5 चैप्टर च तंग करना है। सिर्फ एक मैथड ने भी घुमा के क्यों लिख दिता, काम बड़ा होगा चीज़ है। तो हुण चंगी तरह इसनूं समझ लो, दसदा की चक्कर है। मान के चलो कैपिटल है, उहदे उत्ते आपां NRR लगाने होंगे, तो फिर अपने को आ जाता प्रॉफिट वगैरह, या आप की रिटर्न वगैरह, जिन्होंने आप नॉर्मल प्रॉफिट भी कह दें।
ਆਹੀ ਚੀਜ਼ ਹੁੰਦੀ ਹੈ। ਹੁਣ ਕੈਪੀਟਲ देखो, कैपिटल अगर आप पता करनी पै जाए तो फार्मूला की बनेगा, सोच के देखो। आ नॉर्मल प्रॉफिट 100 नीचे है, डिवाइड हो रहा, ऊपर आके मल्टीप्लाई हो गया, NRR मल्टीप्लाई हो रहा है, इधर आके डिवाइड हो गया। लो जी आई फार्मूला वरते, ठीक है। मैं ता डिटेल दसती, मैं कोई डाउट ना रहे, इन भी उतार लियो, थोड़े काम आ जाएगा वीडियो पॉज करके ऑफ कोर्स। चलो आगे देखियो, इनू आप सॉल्व करते हैं। यदा आएगा 22,50,000 रुपए, एक कैपिटलाइज्ड वैल्यू है। इनू कंपेयर करांगे एक्चुअल कैपिटल नाल, एक्चुअल कैपिटल एम्पलॉयड, एक्चुअल कैपिटल एम्पलॉयड जी कितनी है। एक ने 9 लाख लगाया, दूए ने 6 लाख लगाया। देखो अलग अलग की गल वक्री है, पर आप इकट्ठी कैपिटल की गल कर रहे हैं। 15 लाख रुपए की टोटल कैपिटल है, ठीक है। 9 लाख तो 6 लाख मिला के 15 लाख रुपए की टोटल कैपिटल है, जी मतलब बिजनेस इन्वेस्ट हुई पई है। कैपिटलाइज्ड वैल्यू 22,50,000 है, उन्होंने तो 15 लाख लाया सीगा। फर्क की है, गुडविल है जी। 22,50,000 माइनस 15 लाख। देखो कहने का भाव सिर्फ यही है कि आपां जिहड़ी कमाई 22,50,000 रुपये च होनी चाहिए सी, 22,50,000 लगा के होनी चाहिए सी, आपां तां 15 लाख ला के करती। अपने च इन्नी हिम्मत है, आप इन्नी तगड़ी रेपूटेशन वाले हाँ कि जिहड़ी कमाई 22.5 लाख लगा के होनी सी, उही कमाई आप 15 लाख च करके दिखाती। तो वो क्यों, ਉਹਦਾ कारण है पिछे अपनी गुडविल 7.5 लाख रुपए की जिहड़ी है इत्थे, ठीक है। समझ आ गया। हुण थोड़ा जिहा एक क्वेश्चन नूं एक होर मैथड नाल मैं उरी करवाना। देखो अगर कैपिटलाइजेशन ऑफ सुपर प्रॉफिट लिखा आ जाता, मैं क्वेश्चन चेंज करदा, मैं ज़्यादा नहीं बस थोड़ा जिहा क्वेश्चन चेंज किया, सिर्फ आ लिखे, बाकी सारा क्वेश्चन सेम है, लिटरली सेम है, मैं एक अखर भी नहीं चेंज किया। कैपिटलाइजेशन ऑफ सुपर प्रॉफिट हुण जिवें कि नाम है उन्ना तो मेरे सामने तुहानूं आउंदा है। एक मिनट, सुपर प्रॉफिट की कैपिटलाइजेशन करनी है, सुपर प्रॉफिट की कैपिटलाइजेशन करनी है। पहला तो सुपर प्रॉफिट कढ़ लो, बाकी गल्लां बाद करते हैं। सुपर प्रॉफिट कढ़ना आउंदा किवें कढ़दे सीगे? सब तो पहले तो आप जिहड़ा कैपिटल लाई है, एक्चुअल कैपिटल एम्पलॉयड कितनी है, वो हैगी है जी 9 लाख प्लस 6 लाख 15 लाख रुपए, ठीक है। तो नॉर्मल प्रॉफिट किवें निकलदा 15 लाख इंटू जिहड़ा नॉर्मल रेट ऑफ रिटर्न है, कैपिटल तो नॉर्मल रेट ऑफ रिटर्न 20%, 20% लिखा मैं इत्थे, ये आ गया 3 लाख रुपये। आहा अपना नॉर्मल प्रॉफिट आ गया। सुपर प्रॉफिट करना आंदा ना, आउंदा किवें कढोगे? सुपर प्रॉफिट हुंदे ने कि अपनी कमाई कितनी है, एक्चुअल एवरेज प्रॉफिट, ते उंज अगर आम बंदा 15 लाख लाउंदा उन्होंने कितनी कमाई होंदी? उन्होंने कमाई होंदी अपनी जिहड़ी आह है नॉर्मल प्रॉफिट। देखो आपां कमाई की 4.5 लाख की, अगर आम बंदा पैसे लाउंदा तो 3 लाख की कमाई होंदी। जिहड़ा डिफरेंस है की है 1.5 लाख रुपए का सुपर प्रॉफिट आ गया जी। इन्ना तो आउंदा सी, आई थिंक पिछली वीडियो सीखे सीगे। नवा की है करदे आ, नवा कैपिटलाइजेशन है, कैपिटलाइजेशन ऑफ सुपर प्रॉफिट। लो जी सुपर प्रॉफिट की कैपिटलाइजेशन करांगे। 1.5 लाख मैथड उही वाला है, उही वाला जिहड़ा आपां हुणे कैपिटलाइजेशन किवें करदे हां, 100/NRR
कैपिटलाइजेशन करने का तरीका वही है। 1.5 लाख इंटू 100/20, इनू कट वट करोगे माड़ी जी 5, ये आ गया 7.5 लाख रुपया। हुण तुहानूं एक प्यारी जी गल दसां, जिहड़ा एक कैपिटलाइजेशन की सुपर प्रॉफिट की, ध्यान नाल सुणियो, यही गुडविल है। यही है गुडविल। ਉਹ ਜਿਹੜਾ ਐਵਰੇਜ ਪ੍ਰੋਫਿਟ ਮੈਥਡ ਸੀਗਾ ਉਹਦੇ ਵਿੱਚ ਕੀ ਕਰਦੇ ਸੀਗੇ, ਉਹਦੇ ਵਿੱਚ ਆਪਾਂ ਡਿਫਰੈਂਸ ਵੀ ਕੱਢਿਆ ਸੀਗਾ, ਮਤਲਬ ਕੈਪੀਟਲਾਈਜੇਸ਼ਨ ਕਰਨ ਤੋਂ ਬਾਅਦ ਅੱਗੇ ਇੱਕ ਸਟੈਪ ਸੀਗਾ, ਠੀਕ ਹੈ ਨਾ। ਇੱਥੇ ਅੱਗੇ ਕੋਈ ਸਟੈਪ ਨਹੀਂ ਹੈ, ਕਿਉਂਕਿ ਸੁਪਰ ਪ੍ਰੋਫਿਟ ਸਾਰਾ ਦਾ ਸਾਰਾ ਸੁਪਰ ਪ੍ਰੋਫਿਟ ਐਕਸੈਸ ਅਮਾਊਂਟ ਆਫ ਪ੍ਰੋਫਿਟ ਹੀ ਹੈ, ਉਹ ਆਪਣੀ ਗੁੱਡਵਿਲ ਕਰਕੇ ਹੀ ਆਇਆ, ਉਹ ਵਾਲੀ ਕਮਾਈ ਹੈ 1.5 ਲੱਖ ਰੁਪਇਆ, ਇੱਕ ਐਕਸਟਰਾ ਕਮਾਈ ਹੈ ਜਿਹੜੀ ਆਪਣੀ ਗੁੱਡਵਿਲ ਕਰਕੇ ਆਈ ਹੈ, ਠੀਕ ਹੈ। ਤੇ ਉਦੋਂ ਆਪਾਂ ਜਦ ਕੈਪੀਟਲਾਈਜੇਸ਼ਨ ਕਰ ਦਾਂਗੇ ਉਹਦੀ 7.5 ਲੱਖ ਰੁਪਏ ਦੀ ਜਿਹੜੀ ਅਮਾਊਂਟ ਆ ਰਹੀ ਹੈ ਇੱਥੇ, ਉਹ ਗੁੱਡਵਿਲ ਹੀ ਹੈ। ਇੱਕ ਹੋਰ ਕੋਇਨਸੀਡੈਂਸ ਦੱਸਦਾ, ਬੜਾ ਅਜੀਬ ਜਿਹਾ, 7.5 ਲੱਖ ਇੱਥੇ ਆਇਆ, ਪਿਛਲੀ ਵਾਰ ਵੀ 7.5 ਲੱਖ ਆਂਸਰ ਆਇਆ ਸੀਗਾ। ਜ਼ਰੂਰੀ ਨਹੀਂ ਹੈ ਕਿ ਆਂਸਰ ਸੇਮ ਆ, ਕੁਦਰਤੀ ਸੇਮ ਆ ਗਏ, ਤਾਂ ਧਿਆਨ ਰੱਖਿਓ ਇਸ ਚੀਜ਼ ਦਾ ਵੀ। ਬਸ ਆਈ ਥਿੰਕ ਤੁਹਾਨੂੰ ਹੁਣ ਦੋਨੋਂ ਮੈਥਡ ਆ ਗਏ ਨੇ, ਕੈਪੀਟਲਾਈਜੇਸ਼ਨ ਆਫ ਐਵਰੇਜ ਪ੍ਰੋਫਿਟ ਤੇ ਕੈਪੀਟਲਾਈਜੇਸ਼ਨ ਆਫ ਸੁਪਰ ਪ੍ਰੋਫਿਟ। ਜਦੋਂ ਐਵਰੇਜ ਪ੍ਰੋਫਿਟ ਦੀ ਕੈਪੀਟਲਾਈਜੇਸ਼ਨ ਕਰੋਗੇ ਤਾਂ ਅੱਗੇ ਕੰਪੈਰੀਜ਼ਨ ਵਾਲਾ ਸਟੈਪ ਕਰੋਗੇ, ਇੱਕ ਸਟੈਪ ਹੋਰ ਆਉਂਦਾ। ਜਦੋਂ ਸੁਪਰ ਪ੍ਰੋਫਿਟ ਨੂੰ ਕੈਪੀਟਲਾਈਜ਼ ਕਰੋਗੇ, ਖਤਮ ਕੁਐਸਚਨ, ਗੁੱਡਵਿਲ ਆ ਜਾਂਦੀ ਹੈ, ਠੀਕ ਹੈ ਜੀ। ਚਲੋ ਫਿਲਹਾਲ ਬਸ ਇਸ ਵੀਡੀਓ ਵਿੱਚ ਇੰਨਾ ਕੁ ਹੀ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਜਿਹਦੇ ਵਿੱਚ ਆਪਾਂ ਨੈਕਸਟ ਚੈਪਟਰ ਸਟਾਰਟ ਕਰਾਂਗੇ, ਪ੍ਰੋਫਿਟ ਸ਼ੇਅਰਿੰਗ ਰੇਸ਼ੋ, ਚੇਂਜ ਇਨ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਹੈ, ਤੇ ਹੋਰ ਕਾਫੀ ਕੁਝ ਨੇ, ਨਵੀਂ ਗੱਲਾਂ ਉਸ 'ਚ, ਬਹੁਤ ਇੰਪੋਰਟੈਂਟ ਚੈਪਟਰ ਹੈ। ਮਿਲਦੇ ਹਾਂ ਜਲਦੀ ਹੀ, ਚੰਗਾ ਜੀ, ਸਤਿ ਸ਼੍ਰੀ ਅਕਾਲ।